ਸਤਨਾਮ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤੇਹਾ ਹੋਂ ਕਰੇ ਵਖਿਆਨ। ਬੇਸ਼ੁਮਾਰ ਅਥਾ ਅਗਨਤ ਅਤੁਲ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜਾਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਇਸ ਪਾਵਨ ਸਥਾਨ ਦੇ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਪਾਸੋਂ ਆਪ ਜੀ ਨੇ ਮੂਲ ਪਾਠ ਸਰਵਣ ਕੀਤਾ ਹੈ। ਇਹ ਗੁਰੂ ਕੇ ਸਿੱਖਾਂ ਭੱਟ ਜਾਨਾਂ ਵੱਲੋਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਿਫਤ ਦੇ ਵਿੱਚ ਉਚਾਰੀ ਹੋਈ ਪਾਵਨ ਬਾਣੀ ਹੈ। ਸਮੇਂ ਸਮੇਂ 'ਤੇ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਸਿਫਤ ਵਿੱਚ ਬਾਣੀ ਉਚਾਰਨ ਕੀਤੀ। ਇਹ ਜੋ ਅੱਜ ਆਪਾਂ ਮੂਲ ਪਾਠ ਸਰਵਣ ਕੀਤਾ ਹੈ ਭੱਟ ਗਿਆਨਤ ਜੀ ਦੀ ਉਚਾਰੀ ਹੋਈ ਇਹ ਪਾਵਨ ਬਾਣੀ ਹੈ। 13 ਸਵਈਏ ਆਪ ਜੀ ਨੇ ਉਚਾਰੇ ਤੇ 13 ਦੇ 13 ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਵਿੱਚ ਉਚਾਰੇ। ਆਪ ਜੀ ਜੋ ਭੱਟ ਭਿਖਾ ਹੈ ਜੋ ਸ਼੍ਰੋਮਣੀ ਹੈ ਇਹਨਾਂ ਭੱਟਾਂ ਦੇ ਵਿੱਚ ਉਸ ਦੇ ਭਰਾ ਭਾਈ ਚੋਖਾ ਜੀ ਦੇ ਪੁੱਤਰ ਸਨ। ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਬਾਣੀ ਉਚਾਰਨ ਕਰਦੇ ਨੇ ਤੇ ਆਖਦੇ ਨੇ ਕਿ ਗੁਰੂ ਸਾਹਿਬ ਜੀ ਦਾ ਜਿਹੜਾ ਪ੍ਰਤਾਪ ਹੈ ਉਹ ਹਰੇਕ ਹਿਰਦੇ ਵਿੱਚ ਤੇ ਦਾਸਾਂ ਦੇ ਹਿਰਦੇ ਵਿੱਚ ਗੁਰੂ ਸਾਹਿਬ ਜੀ ਦੇ ਜਸ ਦਾ ਪ੍ਰਕਾਸ਼ ਹੋ ਰਿਹਾ ਹੈ। ਇਸ ਪਾਵਨ ਸ਼ਬਦ ਦੇ ਨਾਲ ਜੁੜ ਕੇ ਪਾਵਨ ਉਪਦੇਸ਼ ਨੂੰ ਆਪਣੇ ਹਿਰਦਿਆਂ ਵਿੱਚ ਵਸਾਈਏ। ਇੱਕ ਵਾਰ ਉਚਾਰਨ ਕਰੋ ਸਤਨਾਮ ਵਾਹਿਗੁਰੂ ਜੀ। ਜਦੋਂ ਵੀ ਕਿਤੇ ਅੰਧੇਰਾ ਹੋਵੇ ਤੇ ਅੰਧੇਰਾ ਉਦੋਂ ਦੂਰ ਹੋ ਜਾਂਦਾ ਹੈ ਜਦੋਂ ਦੀਪਕ ਜਗਦਾ ਹੈ। ਅੱਜ ਦੇ ਸਮੇਂ ਵਿੱਚ ਬੜਾ ਸੌਖਾ ਹੋ ਗਿਆ ਹੈ ਕਿ ਅਸੀਂ ਸੁੱਚ ਦਬਾਉਂਦੇ ਹਾਂ ਤੇ ਘਰ ਦੇ ਵਿੱਚ ਰੋਸ਼ਨੀ ਹੋ ਜਾਂਦੀ ਹੈ। ਉਹਨਾਂ ਸਮਿਆਂ ਵਿੱਚ ਦੀਵਾ ਜਗਾ ਕੇ ਰੱਖਣਾ ਪੈਂਦਾ ਸੀ। ਜਦੋਂ ਦੀਵਾ ਜਗਦਾ ਸੀ ਦੀਵਾ ਬਲੇ ਅੰਧੇਰਾ ਜਾਏ ਤੇ ਉਹ ਕਮਰੇ ਵਿੱਚ ਰੋਸ਼ਨੀ ਕਰ ਦਿੰਦਾ ਸੀ, ਅੰਧੇਰਾ ਦੂਰ ਹੋ ਜਾਂਦਾ ਸੀ। ਇਸੇ ਤਰ੍ਹਾਂ ਗੁਰੂ ਉਹ ਹੈ ਜਿਹੜਾ ਸਿੱਖ ਦੇ ਜੀਵਨ ਵਿੱਚ ਗਿਆਨ ਦਾ ਪ੍ਰਕਾਸ਼ ਕਰਦਾ ਹੈ
ਤੇ ਅਗਿਆਨਤਾ ਦਾ ਅੰਧੇਰਾ ਦੂਰ ਕਰਦਾ ਹੈ। ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਪਾਂ ਜਨਮ ਦੀ ਗੱਲ ਕਰਦੇ ਹਾਂ ਕਿ ਜਿਸ ਥਾਂ ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਗੁਰੂ ਰਾਮਦਾਸ ਮਹਾਰਾਜ ਜੀ ਦਾ, ਉਹ ਕੋਈ ਆਮ ਜਗ੍ਹਾ ਨਹੀਂ ਸੀ। ਦੁਨੀਆ ਦੀ ਨਜ਼ਰਾਂ ਵਿੱਚ ਉਹ ਬੜੀ ਕੀਮਤੀ ਮੰਡੀ ਸੀਗੀ। ਉਥੇ ਮਾਨਕ ਦੀਆਂ ਹੀਰਿਆਂ ਦੀਆਂ ਕਣੀਆਂ, ਛੋਟੇ ਛੋਟੇ ਟੁਕੜਿਆਂ ਦਾ ਵਪਾਰ ਹੋਇਆ ਕਰਦਾ ਸੀ। ਬਹੁਤ ਸਾਰੇ ਸੋਢੀ ਰਹਿੰਦੇ ਸਨ। ਭਾਈ ਸਤਬੀਰ ਸਿੰਘ ਜੀ ਕਹਿੰਦੇ ਵੀ ਗੁਰਦਿਆਲ ਨਾਮ ਦਾ ਸੋਢੀ ਰਹਿੰਦਾ ਸੀ ਇੱਕ। ਉਹਦੇ ਛੋਟੇ ਪੁੱਤਰ ਜਿਹੜੇ, ਉਹਨਾਂ ਦੇ ਘਰ ਹੀ ਭਾਈ ਹਰਦਾਸ ਜੀ ਦਾ ਜਨਮ ਹੋਇਆ ਸੀ। ਠਾਕੁਰ ਦਾਸ ਜੀ ਦੇ ਘਰ ਭਾਈ ਹਰਦਾਸ ਜੀ ਦਾ ਜਨਮ ਹੋਇਆ ਤੇ ਭਾਈ ਹਰਦਾਸ ਜੀ ਦੇ ਗ੍ਰਹਿ ਵਿਖੇ ਪ੍ਰਕਾਸ਼ਮਾਨ ਹੋਏ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਨੂੰ ਬਚਪਨ ਵਿੱਚ ਭਾਈ ਜੇਠਾ ਜੀ ਕਹਿੰਦੇ, ਜਿਨ੍ਹਾਂ ਦੀ ਸਿਫਤ ਵਿੱਚ ਭੱਟ ਗਿਆਨਤ ਜੀ ਬਾਣੀ ਉਚਾਰਨ ਕਰ ਰਹੇ ਨੇ। ਤੇ ਉਸ ਵੇਲੇ ਜਦੋਂ ਵਪਾਰ ਕਰਦੇ ਹੋਣਗੇ, ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਏਗਾ ਕਿ ਇੱਥੇ ਇੱਕ ਐਸਾ ਹੀਰਾ ਪ੍ਰਕਾਸ਼ੇਗਾ ਜਿਹਦੀ ਰੋਸ਼ਨੀ ਸਾਰੇ ਸੰਸਾਰ ਦੇ ਵਿੱਚ ਹੋਵੇਗੀ। ਉਹ ਸਮਾਂ ਆਇਆ, ਗੁਰੂ ਰਾਮਦਾਸ ਮਹਾਰਾਜ ਜੀ ਪ੍ਰਕਾਸ਼ਮਾਨ ਹੋਏ। ਅੱਜ ਵੀ ਉਹ ਪਾਵਨ ਸਥਾਨ, ਪਰ ਕਾਰੋਬਾਰ ਬਦਲ ਗਿਆ। ਮਾਨਕ ਹੀਰਿਆਂ ਦੀ ਥਾਂ ਉੱਥੇ ਕੱਪੜਾ ਆ ਗਿਆ। ਗੁਰੂ ਰਾਮਦਾਸ ਮਹਾਰਾਜ ਜੀ ਦੀ ਉਹ ਪਾਵਨ ਜਗ੍ਹਾ ਸੁਭਾਏ ਮਾਨ ਹੈ। ਜਦੋਂ ਆਪਾਂ ਜਾਂਦੇ ਹਾਂ ਦਰਸ਼ਨ ਕਰਨ, ਤੇ ਲਾਹੌਰ ਦੇ ਵਿੱਚ ਆਪਾਂ ਚੂਨਾ ਮੰਡੀ ਦੇ ਵਿੱਚ ਇਸ ਪਾਵਨ ਸਥਾਨ ਦੇ ਦਰਸ਼ਨ ਕਰਦੇ ਹਾਂ। ਗੁਰੂ ਸਾਹਿਬ ਜੀ ਦਾ ਪ੍ਰਤਾਪ, ਗੁਰੂ ਸਾਹਿਬ ਜੀ ਦਾ ਜਸ ਹਰ ਇੱਕ ਦੇ ਹਿਰਦੇ ਵਿੱਚ ਫੈਲਿਆ। ਅੰਦਾਜ਼ਾ ਲਾਓ ਕਿ ਛੋਟੀ ਉਮਰ ਦੇ ਵਿੱਚ ਜਦੋਂ ਕਿਸੇ ਦਾ ਮਾਤਾ ਪਿਤਾ ਚਲੇ ਜਾਵੇ ਤੇ ਕਈ ਵਾਰ ਬੱਚੇ ਗਲਤ ਸੰਗਤ ਵਿੱਚ ਪੈ ਜਾਂਦੇ ਹੈ, ਗਲਤ ਰਸਤਿਆਂ ਵਿੱਚ ਜੀਵਨ ਬਰਬਾਦ ਹੋ ਜਾਂਦਾ ਹੈ। ਪਰ ਨਾਨੀ ਮਾਂ ਨੇ ਬੜੀ ਚੰਗੀ ਤਰ੍ਹਾਂ ਪਾਲਣਾ ਕੀਤੀ, ਸਿੱਖਿਆ ਦਿੱਤੀ। ਛੋਟੀ ਉਮਰ ਤੋਂ ਹੀ ਆਪ ਪਰਮਾਤਮਾ ਦੇ ਗੁਣ ਗਾਉਣ ਲੱਗ ਗਏ। ਕਿਰਤ ਹੱਥੀਂ ਕੀਤੀ, ਭੁੱਖੇ ਸਾਧੂਆਂ ਨੂੰ ਵੀ ਛਕਾ ਦਿੰਦੇ ਸਨ। ਇੱਕ ਦਿਨ ਸਾਰੀਆਂ ਘੁੰਗਣੀਆਂ ਛਕਾ ਕੇ ਆਏ ਤੇ ਨਾਨੀ ਮਾਂ ਨੇ ਪੁੱਛਿਆ ਵੀ ਕਿੰਨੀ ਵਟਕ ਹੋਈ ਹੈ? ਕਹਿੰਦੇ ਅੱਜ ਤੇ ਕੋਈ ਵਟਕ ਨਹੀਂ ਹੋਈ। ਕਹਿਣ ਲੱਗੇ ਇਦਾਂ ਕਿੱਦਾਂ ਗੁਜ਼ਾਰਾ ਹੋਵੇਗਾ? ਕਹਿੰਦੇ ਅਸਲ ਵਿੱਚ ਨਾਨੀ ਮਾਂ, ਮੇਰੇ ਤੋਂ ਕਿਸੇ ਨੂੰ ਭੁੱਖਾ ਨਹੀਂ ਵੇਖਿਆ ਜਾਂਦਾ। ਤੇ ਉਸ ਵੇਲੇ ਹੱਥ ਜੋੜ ਕੇ ਅਰਦਾਸ ਕੀਤੀ ਸੀ, ਸੱਚੇ ਪਾਤਸ਼ਾਹ ਜਿੰਨਾ ਵੱਡਾ ਇਸ ਬੱਚੇ ਨੂੰ ਦਿਲ ਦਿੱਤਾ ਹੈ, ਇੰਨਾ ਵੱਡਾ ਭੰਡਾਰਾ ਵੀ ਦੇ। ਤੇ ਅੱਜ ਆਪਾਂ ਵੇਖਦੇ ਹਾਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਸ ਸਾਰੀ ਦੁਨੀਆ ਵਿੱਚ ਫੈਲ ਰਿਹਾ ਹੈ। 24 ਘੰਟੇ ਗੁਰੂ ਕਾ ਲੰਗਰ ਚੱਲਦਾ ਹੈ। ਜਦੋਂ ਅਸੀਂ ਜਾਈਏ ਉੱਥੇ ਮਨ ਦੀ ਖੁਰਾਕ ਵੀ ਮਿਲਦੀ ਤੇ ਤਨ ਦੀ ਖੁਰਾਕ ਵੀ ਮਿਲਦੀ ਹੈ। ਮਨ ਕਾ ਤੋਸਾ ਨਾਮ ਹੈ, ਹਿਰਦੇ ਰੱਖੋ ਸੰਭਾਲ। ਤੁਸੀਂ ਜਦੋਂ ਪਰਿਕਰਮਾ ਵਿੱਚ ਜਾਂਦੇ, ਸਰੋਵਰ ਸਾਹਿਬ ਕੰਨਾਂ ਵਿੱਚ ਆਵਾਜ਼ ਪੈਂਦੀ ਹੈ, ਕੀਰਤਨ ਦੀ ਧੁਨੀ ਅਲਾਪ ਰਹੇ, ਗੁਰੂ ਘਰ ਦੇ ਕੀਰਤਨੀਏ। ਇਸ਼ਨਾਨ ਕਰਕੇ ਜਦੋਂ ਤੁਸੀਂ ਮੱਥਾ ਟੇਕ ਕੇ ਗੁਰੂ ਕੇ ਲੰਗਰ ਵਿੱਚ ਆਉਂਦੇ ਹੋ, ਤਨ ਦੀ ਖੁਰਾਕ ਮਿਲਦੀ ਹੈ। ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਦੀ ਸਿਫਤ ਵਿੱਚ ਅੱਜ ਇਹ ਬਾਣੀ ਰਚੀ, ਤੇ ਉਸ ਬਾਣੀ ਦੀ ਵਿਆਖਿਆ ਜਿਹੜੀ ਹੈ ਉਹ ਸਿੱਖ ਕਰਦੇ ਨੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕ ਜਾਂਦੇ। ਗੁਰੂ ਰਾਮਦਾਸ ਮਹਾਰਾਜ ਨੇ ਆਪ ਵੀ ਬਾਣੀ 30 ਰਾਗਾਂ ਦੇ ਵਿੱਚ ਉਚਾਰੀ ਹੈ। 19 ਰਾਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਰਤੇ ਸਨ। ਗੁਰਬਾਣੀ ਉਚਾਰਨ ਲੱਗਿਆਂ ਉਹਨਾਂ ਵਿੱਚੋਂ 17 ਗੁਰੂ ਅਮਰਦਾਸ ਮਹਾਰਾਜ ਨੇ ਤੇ ਗੁਰੂ ਰਾਮਦਾਸ ਮਹਾਰਾਜ ਨੇ 11 ਹੋਰ ਨਵੇਂ ਰਾਗ ਉਚਾਰੇ। 30 ਰਾਗਾਂ ਦੇ ਵਿੱਚ 638
ਸ਼ਬਦ ਸਲੋਕ ਪੌੜੀਆਂ ਛੰਤ ਅਸ਼ਟਪਦੀਆਂ ਆਦਿ ਔਰ ਉਚੇਚੀਆਂ ਬਾਣੀਆਂ ਪਹਿਰੇ ਵਣਜਾਰਾ ਆਦਿ ਲਾਵਾਂ ਦੀ ਬਾਣੀ ਗੁਰੂ ਰਾਮਦਾਸ ਮਹਾਰਾਜ ਨੇ ਉਚਾਰ ਕੇ ਸਾਡੀ ਝੋਲੀ ਵਿੱਚ ਪਾਈ। ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕੀਤੀ, ਭਾਵੇਂ ਦਮਾਦ ਬਣ ਗਏ ਸਨ ਗੁਰੂ ਘਰ ਦੇ, ਪਰ ਫਿਰ ਵੀ ਉਹ ਰਿਸ਼ਤੇ ਦਾ ਮਨ ਵਿੱਚ ਕਦੇ ਵੀ ਖਿਆਲ ਨਹੀਂ ਲੈ ਕੇ ਆਂਦਾ ਕਿ ਮੈਂ ਇਸ ਘਰ ਦਾ ਦਮਾਦ ਹਾਂ। ਨਹੀਂ, ਸੇਵਕ ਬਣ ਕੇ ਸੇਵਾ ਕੀਤੀ ਹੈ, ਪੂਰਨੇ ਪਾ ਕੇ ਗਏ। ਸਿੱਖੋ, ਕਦੇ ਵੀ ਆਪਣੇ ਉੱਚੇਪਨ ਦਾ ਮਨ ਵਿੱਚ ਅਹੰਕਾਰ ਨਾ ਲਿਆਇਓ, ਨਿਮਰਤਾ ਵਿੱਚ ਰਹਿ ਕੇ ਸੇਵਾ ਕਰਿਓ ਤੇ ਭਾਗ ਲੱਗੇਗਾ। ਔਰ ਇੱਕ ਦੀ ਓਟ ਰੱਖੀ ਗੁਰੂ ਰਾਮਦਾਸ ਮਹਾਰਾਜ ਨੇ, ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ। ਕਹਿਣ ਲੱਗੇ ਇੱਕ ਅਕਾਲ ਪੁਰਖ ਨੂੰ ਸਿਮਰਨਾ ਚਾਹੀਦਾ, ਇੱਕ ਅਕਾਲ ਪੁਰਖ ਨੂੰ ਧਿਆਉਣਾ ਚਾਹੀਦਾ। ਹਰ ਇੱਕੇ ਪਾਸੋਂ ਮੰਗੀਏ ਮਨ ਚਿੰਦਿਆ ਪਾਈਏ, ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਇੱਕ ਅਕਾਲ ਪੁਰਖ ਦੇ ਅੱਗੇ ਆਪਣੀ ਝੋਲੀ ਫੈਲਾਓ, ਇੱਕ ਅਕਾਲ ਪੁਰਖ ਤੋਂ ਮੰਗੋ, ਉਸ ਅਕਾਲ ਪੁਰਖ ਦੇ ਗੁਣ ਗਾਓ, ਅਕਾਲ ਪੁਰਖ ਦੀ ਭਗਤੀ ਕਰੋ। ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਬਾਣੀ ਦੇ ਵਿੱਚ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜਿਹੜਾ ਗੁਰਬਾਣੀ ਦੇ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਢਾਲੇਗਾ, ਗੁਰਬਾਣੀ ਦੇ ਵਿੱਚ ਜੋ ਉਪਦੇਸ਼ ਹਨ ਉਹਨਾਂ ਨੂੰ ਮੰਨੇਗਾ, ਸਵੀਕਾਰੇਗਾ, ਉਹਦੇ ਅਨੁਸਾਰ ਆਪਣਾ ਜੀਵਨ ਬਣਾਏਗਾ, ਪ੍ਰਤੱਖ ਯਕੀਨੀ ਤੌਰ ਤੇ ਇਹ ਗੁਰਬਾਣੀ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਮਹਾਰਾਜ ਜੀ ਉਹਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਣਗੇ। ਗੁਰੂ ਰਾਮਦਾਸ ਮਹਾਰਾਜ ਜੀ ਪ੍ਰਤੱਖ ਸ਼ਬਦ ਕਹਿ ਕੇ ਕਹਿੰਦੇ, ਮੇਰੇ ਤੇ ਭਰੋਸਾ ਰੱਖਿਓ, ਜੋ ਮੈਂ ਕਹਿ ਰਿਹਾ ਉਹ ਸੱਚ ਹੈ। ਜਿਹੜਾ ਗੁਰਬਾਣੀ ਦੇ ਨਾਲ ਜੁੜੇਗਾ ਉਹਦਾ ਪਾਰ ਉਤਾਰਾ ਹੋ ਜਾਏਗਾ ਤੇ ਪ੍ਰਤਾਪ ਤੇ ਪ੍ਰਗਾਸ ਜਸ ਉਸੇ ਦਾ ਹੀ ਫੈਲਦਾ ਹੈ ਜੋ ਸੱਚਾ ਗੁਰੂ ਹੋਵੇ। ਜਿਹੜਾ ਕੱਚਾ ਹੋਵੇ ਉਹਦਾ ਕਦੇ ਪ੍ਰਤਾਪ ਤੇ ਜਸ ਫੈਲਦਾ ਨਹੀਂ ਹੈ। ਜਿਹੜਾ ਸੱਚਾ ਗੁਰੂ ਹੋਵੇ, ਅਸੀਂ ਸੱਚੇ ਗੁਰੂ ਦੇ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜਨਾ ਹੈ। ਤੇ ਜਦੋਂ ਆਪਾਂ ਅਰਦਾਸ ਕਰਦੇ ਹਾਂ, ਆਪਾਂ ਇਹ ਸ਼ਬਦ ਕਹਿੰਦੇ ਹਾਂ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੇ ਅਰਦਾਸ ਤੋਂ ਬਾਅਦ ਆਪਾਂ ਦੋਹਰਾ ਪੜ੍ਹਦੇ ਜਿਹੜਾ, ਉਹਦੇ ਵਿੱਚ ਹੀ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਕੇਵਲ ਪੜ੍ਹਨ ਵਾਸਤੇ ਨਹੀਂ, ਇਹਦੇ ਉੱਤੇ ਅਮਲ ਕਰਕੇ ਤੇ ਸਿਰ ਕੇਵਲ ਆਪਣਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਝੁਕਣਾ ਚਾਹੀਦਾ ਹੈ, ਹੋਰ ਕਿਤੇ ਨਹੀਂ। ਕੇਵਲ ਤੇ ਕੇਵਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਸਿੱਖ ਦਾ ਸਿਰ ਝੁਕਣਾ ਚਾਹੀਦਾ ਹੈ। ਔਰ ਅੰਦਰੋਂ ਆਵਾਜ਼ ਆਉਣੀ ਚਾਹੀਦੀ, ਸਤਿਗੁਰੂ ਅਸੀਂ ਤੇਰੇ ਦਰ ਤੇ ਢਹਿ ਪਏ ਹਾਂ, ਹੁਣ ਸੁੱਖ ਦੇਣਾ ਦੁੱਖ ਦੇਣਾ ਤੇਰੀ ਮਰਜ਼ੀ, ਪਰ ਮੈਨੂੰ ਯਕੀਨ ਹੈ ਕਿ ਤੇਰੇ ਦਰ ਤੇ ਆਇਆ ਕੋਈ ਖਾਲੀ ਨਹੀਂ ਜਾਂਦਾ ਤੇ ਮੇਰੀਆਂ ਵੀ ਝੋਲੀਆਂ ਤੂੰ ਭਰੇਗਾ, ਮੈਂ ਤੇਰੇ ਦਰ ਤੋਂ ਬਿਨਾਂ ਹੋਰ ਕਿਤੇ ਨਹੀਂ ਜਾਣਾ। ਤੇ ਫਿਰ ਵੇਖੋ ਗੁਰੂ ਸਾਹਿਬ ਜੀ ਕਿੱਦਾਂ ਟੁੱਟ ਕੇ ਰਹਿਮਤ ਕਰਦੇ ਨੇ। ਕੱਚੇ ਗੁਰੂ ਦੇਹ ਧਾਰੀ ਗੁਰੂ ਤੋਂ ਹੋੜ ਕੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਦੇ ਲੜ ਲਾਇਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਖਿਆ ਮੇਰਾ ਰੂਪ ਗ੍ਰੰਥ ਜੀ ਜਾਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਜ ਤੋਂ ਤੁਹਾਡੇ ਗੁਰੂ ਹੋਣਗੇ। ਤੇ ਕਬੀਰ ਸਾਹਿਬ ਜੀ ਇੱਕ ਤੇਲੀ ਨੂੰ ਵੇਖਦੇ ਨੇ ਤੇ ਤੇਲੀ ਬੜਾ ਪਸੀਨੋ ਪਸੀਨੀ ਹੋਇਆ ਹੈ ਤੇ ਕਹਿੰਦੇ ਵੀ ਕਿਉਂ ਪਰੇਸ਼ਾਨ ਹੋ ਰਹੇ ਹੈ? ਕਹਿਣ ਲੱਗਾ ਵੀ ਮੈਂ ਕੱਚੀ ਸਰੋਂ ਪਾ ਬੈਠਾ ਹੈ
ਤੇ ਹੁਣ ਨਾ ਤੇ ਖਲ ਬਣ ਰਹੀ ਹੈ ਤੇ ਨਾ ਕੋਈ ਤੇਲ ਦੀ ਬੂੰਦ, ਕਿਉਂਕਿ ਜਿਹੜਾ ਅੱਗੇ ਭਾਂਡਾ ਰੱਖਿਆ ਤੇਲ ਵਾਸਤੇ ਉਹ ਵੀ ਤੇਲ ਦੀ ਬੂੰਦ ਨੂੰ ਤਰਸ ਰਿਹਾ ਹੈ। ਤੇ ਕਬੀਰ ਸਾਹਿਬ ਜੀ ਨੇ ਉਸ ਵੇਲੇ ਬਚਨ ਕੀਤਾ, ਜੋ ਤੋਏ ਸਾਧ ਪਰਮ ਕੀ ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੈ ਨਾ ਖਲ ਭਈ ਨਾ ਤੇਲ। ਜੇ ਤੇਰੇ ਅੰਦਰ ਉਸ ਰੱਬ ਨੂੰ ਮਿਲਣ ਦੀ ਲੋਚਾ ਹੈ ਤੇ ਫਿਰ ਪੱਕੇ ਗੁਰੂ ਦੇ ਨਾਲ ਜੁੜ ਜਾ। ਜਿਹੜਾ ਸੱਚਾ ਗੁਰੂ ਹੈ, ਪੱਕਾ ਗੁਰੂ ਹੈ, ਉਹੀ ਤੈਨੂੰ ਪਰਮਾਤਮਾ ਦੇ ਨਾਲ ਮਿਲਾ ਸਕਦਾ ਹੈ, ਕਿਉਂਕਿ ਉਹ ਆਪ ਪਰਮਾਤਮਾ ਦੇ ਨਾਲ ਮਿਲਿਆ ਹੁੰਦਾ ਹੈ। ਤੇ ਜਿਹੜਾ ਆਪ ਪਰਮਾਤਮਾ ਦੇ ਨਾਲ ਨਹੀਂ ਮਿਲਿਆ, ਕਿੰਨੇ ਦਾਅਵੇ ਪਿਆ ਕਰੇ, ਉਹ ਕਦੇ ਵੀ ਰੱਬ ਦੇ ਨਾਲ ਨਹੀਂ ਮਿਲਾ ਸਕਦਾ। ਆਪਣੇ ਨਾਲ ਤੇ ਜ਼ਰੂਰ ਮਿਲਾ ਲੇਗਾ। ਕਹਿਣ ਤੋਂ ਭਾਵ ਜਿਹੜਾ ਸੱਚਾ ਗੁਰੂ ਹੈ ਉਹਦਾ ਜਸ ਜਿਹੜਾ ਉਹ ਹਰ ਕਿਤੇ ਪ੍ਰਕਾਸ਼ਦਾ ਹੈ, ਉਹਦਾ ਪ੍ਰਤਾਪ ਜਿਹੜਾ ਦਿਨੋਂ ਦਿਨ ਵੱਧਦਾ ਹੈ। ਬਕਾਲੇ ਨਗਰ ਵਿੱਚ ਵੀ ਬੜਿਆਂ ਨੇ ਆਪਣੀਆਂ ਮੰਜੀਆਂ ਲਾ ਲਈਆਂ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜਾਂਦੀਆਂ, ਮੱਥਾ ਟੇਕਦੀਆਂ, ਕਿਸੇ ਨੂੰ ਪਤਾ ਨਾ ਲੱਗਦਾ ਵੀ ਅਸਲੀ ਗੁਰੂ ਕੌਣ ਹੈ। ਭਾਈ ਮੱਖਣ ਸ਼ਾਹ ਲਬਾਣਾ, ਉਹਨੇ 500 ਮੋਹਰ ਸੁੱਖੀ, ਸਾਰਿਆਂ ਨੂੰ ਜਾ ਕੇ 2-2 ਮੋਹਰਾਂ ਮੱਥਾ ਟੇਕਿਆ, ਅਰਦਾਸ ਕੀਤੀ, ਮੇਰੇ ਮਨ ਦੀ ਗੱਲ ਦੱਸੋ ਤੇ ਆਪਣੀ ਰਹਿੰਦੀ ਭੇਟਾ ਲੈ ਲਓ। ਕਿਸੇ ਤੋਂ ਮਨ ਦੀ ਗੱਲ ਨਾ ਬੁੱਝੀ ਗਈ, ਕਿਉਂਕਿ ਕੱਚੇ ਸਨ। ਜਦੋਂ ਪਤਾ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਕਿ ਹੋਰ ਵੀ ਸੋਢੀ ਇੱਥੇ ਰਹਿੰਦੇ, ਤੇ ਜਾ ਕੇ ਜਦੋਂ 2 ਮੋਹਰਾਂ ਮੱਥਾ ਟੇਕਿਆ, ਗੁਰੂ ਨੇ ਆਖਿਆ ਪਹਿਲਾਂ ਤੇ 500 ਸੁਖੀਆਂ ਸਨ ਤੇ ਹੁਣ 2 ਕਿਉਂ? ਗੁਰੂ ਘਰ ਦੇ ਵਿੱਚ ਮਾਇਆ ਦਾ ਘਾਟਾ ਨਹੀਂ, ਪਰ ਗੁਰੂ ਨਾਨਕ ਦੇ ਘਰ ਵਿੱਚ ਜਿਹੜਾ ਵਾਅਦਾ ਕੀਤਾ ਉਹ ਪੂਰਾ ਕਰਨਾ ਚਾਹੀਦਾ। ਫਿਰ ਹੀ ਉਹਨੇ ਮਕਾਨ ਦੀ ਛੱਤ ਤੇ ਚੜ੍ਹ ਕੇ ਪੱਲਾ ਫੇਰ ਕੇ ਆਖਿਆ ਸੀ, ਬਕਾਲਾ ਨਗਰ ਦੇ ਵਾਸੀਓ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਕੱਚੀ ਰੋਟੀ ਖਾ ਲਓ ਤਾਂ ਢਿੱਡ ਪੀੜ ਲਾ ਦਿੰਦੀ ਹੈ, ਕੱਚਾ ਕੋਲਾ ਦਿਖਾਓ ਉਹਦਾ ਧੂਆਂ ਅੱਖਾਂ ਨੂੰ ਖਰਾਬ ਕਰਦਾ ਹੈ। ਕੱਚੀ ਕਲੀ ਦੇ ਵਿੱਚੋਂ ਕਦੇ ਖੁਸ਼ਬੂ ਨਹੀਂ ਆਉਂਦੀ। ਜਿਹੜਾ ਕੱਚਾ ਲੋਹਾ ਏ ਉਹ ਭਾਵੇਂ ਤੁਸੀਂ ਚੁੰਬਕ ਨਾ ਲਾ ਦਿਓ, ਜਿੰਨਾ ਚਿਰ ਲਾਈ ਰੱਖੋਗੇ ਉਹਨਾਂ ਵਿੱਚ ਉਹਦੀ ਸ਼ਕਤੀ ਰਹੇਗੀ। ਪਰ ਜੇ ਪੱਕਾ ਲੋਹਾ ਚੁੰਬਕ ਨਾਲ ਲਾ ਦਿਓ ਤੇ ਫਿਰ ਉਹਦੇ ਨਾਲੋਂ ਹਟਾ ਵੀ ਲਓ, ਉਹ ਗੁਣ ਗ੍ਰਹਿਣ ਕਰ ਲੈਂਦਾ, ਉਹ ਦੂਜੇ ਲੋਹੇ ਨੂੰ ਆਪਣੇ ਵੱਲ ਖਿੱਚਣ ਦੀ ਸ਼ਕਤੀ ਰੱਖਦਾ ਹੈ, ਕਿਉਂਕਿ ਉਹਦੇ ਵਿੱਚ ਗੁਣ ਆ ਗਿਆ ਹੈ। ਇਸ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਆਪਾਂ ਜੁੜਨਾ। ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਸਾਰੀ ਦੁਨੀਆ ਵਿੱਚ ਜਸ ਫੈਲਿਆ ਹੋਇਆ ਹੈ। ਤੇ ਉਸ ਵੇਲੇ ਜਦੋਂ ਭੱਟ ਗਿਆਨਤ ਜੀ ਨੇ ਬਾਣੀ ਉਚਾਰੀ, ਉਹ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ, ਆਪ ਜੀ ਦਾ ਪ੍ਰਤਾਪ ਹਰ ਹਿਰਦੇ ਵਿੱਚ ਤੇ ਦਾਸਾਂ ਦੇ ਹਿਰਦੇ ਵਿੱਚ ਆਪ ਜੀ ਦਾ ਜਸ ਪ੍ਰਕਾਸ਼ ਹੋ ਰਿਹਾ ਹੈ। ਭਾਵ ਆਪ ਜੀ ਦੀ ਸਿਫਤ ਹਰ ਇੱਕ ਦੇ ਹਿਰਦੇ ਵਿੱਚ ਹੈ। ਸਾਰੇ ਆਪ ਜੀ ਨੂੰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਖਦੇ ਹਨ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਆਪਣੀ ਕਿਰਤ ਸ਼ੁਰੂ ਕੀਤੀ ਤੇ ਕਿਰਤ ਕਰਨ ਦੇ ਨਾਲ ਨਾਲ ਗੁਰੂ ਘਰ ਵਿੱਚ ਸੇਵਾ ਕੀਤੀ। ਇੱਕ ਦਿਨ ਗੁਰੂ ਨੇ ਆਪਣੀ ਬੱਚੀ ਦਾ ਰਿਸ਼ਤਾ ਕੀਤਾ, ਵਿਆਹ ਆਨੰਦ ਕਾਰਜ ਹੋਇਆ। ਉਸ ਤੋਂ ਬਾਅਦ ਵੀ ਆਪ ਜੀ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਰਹੇ। ਤੇ ਜਦੋਂ ਆਪ ਜੀ ਮੁੜ ਕੇ ਲਾਹੌਰ ਦੀ ਧਰਤੀ ਤੇ ਗਏ, ਗੁਰੂ ਬਣ ਕੇ ਗਏ, ਉਸ ਵੇਲੇ ਜਿਨ੍ਹਾਂ ਨੇ ਮਿਹਣੇ ਮਾਰੇ ਸਨ ਆ ਕੇ ਗੋਇੰਦਵਾਲ ਦੀ ਧਰਤੀ ਤੇ ਕਿ ਸਹੁਰਿਆਂ ਦੇ ਘਰ ਵਿੱਚ ਰਹਿ ਕੇ ਟੋਕਰੀ ਢੋਣਾ, ਸਾਡਾ ਨੱਕ ਕਟਵਾ ਦਿੱਤਾ, ਉਹੀ ਅੱਜ ਹੱਥ ਜੋੜ ਕੇ ਕਹਿ ਰਹੇ ਸਨ ਕਿ ਆਪ ਜੀ ਧੰਨ ਹੋ, ਆਪ ਜੀ ਧੰਨਤਾ ਦੇ ਯੋਗ ਹੋ। ਗੁਰੂ ਸਾਹਿਬ ਜੀ ਦਾ, ਸੱਚੇ ਗੁਰੂ ਦਾ ਹਮੇਸ਼ਾ ਜਸ ਫੈਲਦਾ ਹੈ। ਇੱਕ ਸ਼ਾਇਰ ਨੇ ਭਾਈ ਜੋਗਾ ਸਿੰਘ ਦੀ ਜੋ ਸਾਖੀ ਆਪ ਜੀ ਨੂੰ ਯਾਦ ਹੈ, ਉਹਦੇ ਉੱਤੇ ਇੱਕ ਬੜੀ ਸੋਹਣੀ ਗੱਲ ਲਿਖੀ। ਉਹ ਕਹਿੰਦਾ, ਗੁਰੂ ਜੀ ਦੀ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ
ਜੈਸੇ ਦਸ਼ਮੇਸ਼ ਪਿਤਾ ਗੂਜਰੀ ਦਾ ਲਾਲ ਜੀ, ਸਾਰੀ ਰਾਤ ਪਹਿਰਾ ਦੇਵੇ ਆਪ ਪਹਿਰੇਦਾਰ ਹੋ ਕੇ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ। ਜੇ ਅਸੀਂ ਸੱਚੇ ਗੁਰੂ ਦੇ ਨਾਲ ਜੁੜ ਜਾਵਾਂਗੇ ਤੇ ਗੁਰੂ ਵੀ ਫਿਰ ਹਰ ਸਮੇਂ ਸਾਡੀ ਰੱਖਿਆ ਕਰੇਗਾ। ਉਹ ਵਿਕਾਰਾਂ ਤੋਂ ਬਚਾਏਗਾ, ਉਹ ਮਾਇਆ ਦੇ ਮੋਹ ਮਮਤਾ ਵਿੱਚੋਂ ਨਿਰਲੇਪ ਰੱਖੇਗਾ ਤੇ ਅਖੀਰ ਉਹ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦੇਗਾ। ਜਮਾਂ ਨਾਲ ਵੀ ਵਾਹ ਨਹੀਂ ਪੈਣ ਦੇਗਾ, ਜਮਾਂ ਤੋਂ ਵੀ ਬਚਾਏਗਾ। ਚਿੰਤਾ ਫਿਕਰ ਜਿਹੜੇ ਨੇ ਉਹ ਦੂਰ ਹੋ ਜਾਣਗੇ। ਇਸ ਵਾਸਤੇ ਸੱਚੇ ਗੁਰੂ ਦੇ ਨਾਲ ਜੁੜਨਾ ਹੈ। ਜਿਹੜੇ ਸਿੱਖ ਨੇ ਉਹ ਸੱਚੇ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਰਹਿ ਕੇ ਨਾਮ ਦਾ ਰਸ ਪ੍ਰਾਪਤ ਕਰਦੇ ਨੇ। ਹਜ਼ਰਤ ਸੁਲੇਮਾਨ ਦੇ ਕੋਲ ਇੱਕ ਮਾਲੀ 2 ਗੁਲਦਸਤੇ ਲੈ ਕੇ ਆਇਆ। ਇੱਕ ਨਕਲੀ ਸੀ, ਇੱਕ ਅਸਲੀ ਸੀ। ਕਹਿਣ ਲੱਗਾ ਅਸਲੀ ਵੱਲ ਇਸ਼ਾਰਾ ਕਰੋ ਤੇ ਆਪ ਜੀ ਨੂੰ ਇਹ ਭੇਟ ਕੀਤਾ ਜਾਵੇ। ਉਹਨਾਂ ਦੇ ਪਿਛਲੇ ਬੰਨੇ ਬਾਗ ਸੀ, ਬਾਗ ਵੱਲ ਦੀ ਖਿੜਕੀ ਖੁਲਵਾ ਦਿੱਤੀ। ਉਧਰੋਂ 2 ਮਧੂ ਮੱਖੀਆਂ, ਸ਼ਹਿਦ ਦੀਆਂ ਮੱਖੀਆਂ ਆਈਆਂ ਤੇ ਅਸਲੀ ਫੁੱਲਾਂ ਵਾਲੇ ਗੁਲਦਸਤੇ ਉੱਤੇ ਬਹਿ ਗਈਆਂ। ਇਸ਼ਾਰਾ ਕਰ ਦਿੱਤਾ ਕਿ ਇਹ ਅਸਲੀ ਹੈ। ਜਿਹੜਾ ਸੱਚਾ ਗੁਰੂ ਹੈ ਉਹਦੇ ਕੋਲੋਂ ਹੀ ਨਾਮ ਦਾ ਰਸ ਮਿਲੇਗਾ ਤੇ ਸਿੱਖ ਥੋੜਾ ਸਮਾਂ ਬੈਠ ਕੇ ਮਧੂ ਮੱਖੀ ਵਾਂਗੂ ਗੁਰੂ ਜੀ ਦੇ ਦਰ ਤੋਂ ਨਾਮ ਦਾ ਰਸ ਪ੍ਰਾਪਤ ਕਰਦੇ ਨੇ। ਕਿਉਂਕਿ ਕਈ ਪ੍ਰਕਾਰ ਦੀ ਸੰਗਤ ਵਿੱਚ ਮਨੁੱਖ ਆਉਂਦੇ ਨੇ। ਕਹਿੰਦੇ ਇੱਕ ਉਹ ਆਉਂਦੇ ਨੇ ਜਿਹੜੇ ਆ ਕੇ ਸੌਂ ਜਾਂਦੇ ਨੇ, ਊਂਗੇ। ਦੂਜੇ ਖੂੰਗੇ ਨੇ, ਨੀਂਦ ਉਹਨਾਂ ਨੂੰ ਵੀ ਆ ਜਾਂਦੀ, ਪਰ ਜਦੋਂ ਜਾਗਦੇ ਨੇ ਖੰਘਦੇ ਨੇ ਵੀ ਨਹੀਂ ਮੈਂ ਤੇ ਸੁੱਤਾ ਹੀ ਨਹੀਂ। ਤੀਜੇ ਸੂੰਗੇ ਨੇ, ਉਹ ਕੋਈ ਕਮੀ ਲੱਭਦੇ ਰਹਿੰਦੇ ਨੇ ਵੀ ਕਿਹੜੀ ਕਮੀ ਹੈ, ਉਹ ਅਸੀਂ ਸੰਸਾਰ ਦੇ ਵਿੱਚ ਨਸ਼ਰ ਕਰੀਏ ਵੀ ਇੱਥੇ ਇਹ ਕਮੀ ਹੈ। ਚੌਥੇ ਚੁੰਗੇ ਤੋਂ ਭਾਵ ਹੈ ਜਿੱਦਾਂ ਵਛੜਾ ਛੱਡੀਏ ਤੇ ਗਊ ਮਾਤਾ ਕੋਲ ਜਾਂਦਾ ਹੈ, ਉਹ ਦੁੱਧ ਚੁੰਗਦਾ ਹੈ, ਪ੍ਰਾਪਤ ਕਰਦਾ ਹੈ ਕੁਝ। ਇਸ ਤਰ੍ਹਾਂ ਕੁਝ ਗੁਰਮੁਖ ਪਿਆਰੇ ਐਸੇ ਜਿਹੜੇ ਗੁਰੂ ਦੇ ਦਰ ਤੇ ਆਉਂਦੇ ਨੇ ਇੱਥੋਂ ਕੁਝ ਪ੍ਰਾਪਤ ਕਰਨ ਵਾਸਤੇ, ਉਹ ਫਿਰ ਨਾਮ ਦਾ ਰਸ ਪ੍ਰਾਪਤ ਕਰਦੇ ਨੇ। ਉਹ ਇੱਥੋਂ ਨਾਮ ਦਾ ਰਸ ਲੈ ਕੇ ਭਾਵੇਂ ਥੋੜਾ ਸਮਾਂ ਹੀ ਬੈਠਣ, ਉਹਨਾਂ ਦਾ ਧਿਆਨ ਗੁਰਬਾਣੀ ਦੇ ਵਿੱਚ ਕੀਰਤਨ ਵਿੱਚ ਹੁੰਦਾ ਹੈ। ਗੁਰਬਾਣੀ ਦਾ ਪਾਠ ਹੋ ਰਿਹਾ ਹੈ, ਨਿਤਨੇਮ ਹੋ ਰਿਹਾ ਹੈ, ਉਹਦੇ ਵਿੱਚ ਸੁਰਤ ਜੋੜਦੇ ਨੇ। ਕਥਾ ਹੋ ਰਹੀ ਹੈ, ਕੋਈ ਬਚਨ ਪੱਲੇ ਬੰਨ੍ਹਦੇ ਨੇ। ਉਹ ਸ਼੍ਰੇਣੀ ਜਿਹੜੀ ਹੈ ਆਪਾਂ ਉਹਦੇ ਵਿੱਚ ਆਪਣੀ ਗਿਣਤੀ ਲਿਆਈਏ। ਗੁਰੂ ਦੇ ਦਰ ਤੇ ਜਦੋਂ ਵੀ ਆਉਣਾ ਕੁਝ ਗ੍ਰਹਿਣ ਕਰਕੇ ਜਾਈਏ। ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਭਣੀਏ। ਜਾਂ ਤੇ ਇੱਥੇ ਕੀਰਤਨ ਹੋ ਰਿਹਾ, ਕਥਾ ਹੋ ਰਹੀ, ਗੁਰਬਾਣੀ ਦਾ ਪਾਠ ਹੋ ਰਿਹਾ, ਉਸ ਨੂੰ ਸੁਣੀਏ। ਜੇ ਨਹੀਂ, ਮੱਥਾ ਟੇਕ ਕੇ ਆਪਣੀ ਰਸਨਾ ਦੇ ਨਾਲ ਫਿਰ ਜਪੀਏ ਸਤਨਾਮ ਸ੍ਰੀ ਵਾਹਿਗੁਰੂ। ਗੁਰ ਮੰਤਰ ਦਾ ਜਾਪ ਕਰੀਏ, ਮੂਲ ਮੰਤਰ ਦਾ ਜਾਪ ਕਰੀਏ। ਇਹ ਹੈ ਗੁਰੂ ਦੇ ਦਰ ਤੇ ਆਉਣ ਦਾ ਜਿਹੜਾ ਢੰਗ ਤਰੀਕਾ। ਤੇ ਜੇ ਬਹਿ ਕੇ ਸੰਗਤ ਵਿੱਚ ਆਪਾਂ ਗੱਲਾਂ ਹੀ ਕਰੀ ਜਾਈਏ ਤੇ ਫਿਰ ਕਹਿੰਦੇ ਹਰ ਜਾ ਸੁਣ ਤੇ ਬਾਤ ਚਲਾਵੇ, ਤਨਖਾਹਦਾਰ ਉਹ ਵੱਡਾ ਕਹਾਵੇ। ਫਿਰ ਉਹ ਤਨਖਾਹੀਆ ਵਾ। ਜੇ ਗੁਰੂ ਦੀ ਸੰਗਤ ਵਿੱਚ ਬਹਿ ਕੇ ਗੱਲਾਂ ਕਰੀ ਜਾ ਰਹੇ, ਇੱਥੇ ਕੇਵਲ 2 ਹੀ ਗੱਲਾਂ ਵਾ, ਜਾਂ ਤੇ ਸੁਣਨਾ ਤੇ ਜਾਂ ਫਿਰ ਜਪਣਾ ਹੈ। ਤੇ ਤੀਜਾ ਜਿਹੜਾ ਹੈ ਉਹ ਹੈ ਕਿ ਜਾਂ ਫਿਰ ਲੰਗਰ ਹਾਲ ਵਿੱਚ ਪਹੁੰਚ ਜਾਓ ਜਾਂ ਜੋੜੇ ਘਰ ਵਿੱਚ ਪਹੁੰਚ ਜਾਓ ਤੇ ਜਾ ਕੇ ਸੇਵਾ ਕਰੋ। ਕਿਉਂਕਿ ਸੇਵਾ ਤੇ ਸਿਮਰਨ ਦੋਵੇਂ ਜੀਵਨ ਵਿੱਚ ਜ਼ਰੂਰੀ ਹਨ। ਤੇ ਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਿਫਤ ਵਿੱਚ ਭੱਟ ਗਿਆਨਤ ਜੀ ਕਹਿੰਦੇ, ਪ੍ਰਤਾਪ ਸਦਾ ਗੁਰ ਕਾ ਘਟ ਘਟ ਪਰਗਾਸ ਭਇਆ ਜਸ ਜਨ ਕੈ, ਇੱਕ ਪੜ੍ਹੈ ਸੁਨੈ ਗਾਵੈ ਪ੍ਰਭਾਤੈ ਕਰੈ ਇਸ਼ਨਾਨ। ਕਹਿੰਦੇ ਗੁਰੂ ਦਾ ਜਸ ਦਾਸਾਂ ਦੇ ਹਿਰਦੇ ਵਿੱਚ ਪ੍ਰਕਾਸ਼ ਰਿਹਾ ਹੈ। ਉਸ ਸਮੇਂ ਵੀ ਪ੍ਰਕਾਸ਼ ਰਿਹਾ ਸੀ ਤੇ ਅੱਜ ਵੀ ਪ੍ਰਕਾਸ਼ ਰਿਹਾ ਹੈ। ਅੱਜ ਵੀ ਇਹ ਮੀਡੀਆ ਦਾ ਜ਼ਮਾਨਾ ਹੈ ਤੇ ਬੜਾ ਵੱਡਾ ਲਾਹਾ ਇਸ ਤੋਂ ਪ੍ਰਾਪਤ ਹੋ ਰਿਹਾ ਹੈ।
ਦੇਸ਼ਾਂ ਵਿਦੇਸ਼ਾਂ ਵਿੱਚ ਬਹਿ ਕੇ ਸੰਗਤਾਂ ਦਰਸ਼ਨ ਕਰਦੀਆਂ ਤੇ ਗੁਰਬਾਣੀ ਦੇ ਕੀਰਤਨ ਨੂੰ ਸਰਵਣ ਕਰਦੀਆਂ ਹਨ। ਗੱਲ ਤੇ ਸੁਰਤ ਟਿਕਾਉਣ ਦੀ ਹੈ ਤੇ ਗੁਰੂ ਸਾਹਿਬ ਜੀ ਦਾ ਜਸ ਦੇਸ਼ਾਂ ਵਿਦੇਸ਼ਾਂ ਵਿੱਚ ਫੈਲ ਰਿਹਾ ਹੈ। ਫਿਰ ਕਹਿੰਦੇ ਕਿ ਕਈ ਮਨੁੱਖ ਗੁਰੂ ਦੇ ਜਸ ਨੂੰ ਪੜ੍ਹਦੇ ਹਨ, ਗੁਰਬਾਣੀ ਦੇ ਸ਼ਬਦਾਂ ਦਾ ਉਚਾਰਨ ਕਰਦੇ ਹਨ ਤੇ ਕਈ ਗੁਰੂ ਦੇ ਜਸ ਨੂੰ ਗਾਉਂਦੇ ਹਨ ਤੇ ਕਈ ਗੁਰੂ ਦੇ ਜਸ ਨੂੰ ਸੁਣਦੇ ਹਨ ਤੇ ਅੰਮ੍ਰਿਤ ਵੇਲੇ ਗੁਰੂ ਦੇ ਜਸ ਰੂਪ ਜਲ ਦੇ ਵਿੱਚ ਇਸ਼ਨਾਨ ਕਰਦੇ ਹਨ। ਅੰਮ੍ਰਿਤ ਵੇਲੇ ਗੁਰੂ ਰਾਮਦਾਸ ਮਹਾਰਾਜ ਨੇ ਬੜਾ ਸੋਹਣਾ ਲਿਖਿਆ, ਕਹਿਣ ਲੱਗੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੇ। ਇਹ ਜੋ ਪ੍ਰਭਾਤ ਹੈ ਨਾ, ਇਹ ਅੰਮ੍ਰਿਤ ਵੇਲਾ, ਪ੍ਰਭਾਤ ਸ਼ਬਦ ਵੀ ਆਇਆ, ਪ੍ਰਭਾਤੇ ਵੀ ਆਇਆ ਔਰ ਵੱਡਾ ਵੇਲਾ ਵੀ ਆਇਆ। ਇਹਨੂੰ ਵੱਡਾ ਵੇਲਾ ਵੀ ਕਹਿੰਦੇ ਨੇ। ਵੱਡੜੈ ਝਾਲ ਝੁਲੰਪ ਲੈ ਨਾਵੜਾ ਲਈਐ ਕਿਸ, ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਕਿਸ ਦਾ ਨਾਂ ਲਈਏ? ਤੇ ਫਿਰ ਕਹਿੰਦੇ ਨਾਉ ਲਈਐ ਪਰਮੇਸ਼ਰੈ ਭੰਨਨ ਘੜਨ ਸਮਰੱਥ। ਉਸ ਰੱਬ ਦਾ ਨਾਂ ਲੈਣਾ ਹੈ ਜਿਹੜਾ ਮਾਰਨ ਤੇ ਜਿਵਾਲਣ ਦੀ ਸਮਰੱਥਾ ਰੱਖਦਾ ਹੈ, ਬਲ ਤਾਕਤ ਰੱਖਦਾ ਹੈ, ਜਿਹਦੇ ਹੱਥ ਵਿੱਚ ਸਾਰੀਆਂ ਤਾਕਤਾਂ ਕਹਿ ਲਓ। ਉਸ ਰੱਬ ਨੂੰ ਯਾਦ ਕਰਨਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਸਾਹਿਬਾਨਾਂ ਨੇ ਬਾਣੀ ਉਚਾਰੀ, ਕਿਤੇ ਇੱਕ ਵਾਰ ਨਹੀਂ ਕਿਹਾ ਵੀ ਤੁਸੀਂ ਮੇਰਾ ਨਾਂ ਲੈਣਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸ਼ੁਰੂਆਤ ਹੋਈ, ਉਹਨਾਂ ਨੇ ਵੀ ਆਖਿਆ ਕਿ ਇੱਕ ਰੱਬ ਦਾ ਨਾਂ ਲੈਣਾ ਹੈ, ਇੱਕ ਰੱਬ ਦੇ ਨਾਂ ਜੁੜਨਾ ਹੈ। ਸਭ ਤੋਂ ਪਹਿਲਾਂ ਉਚਾਰਨ ਹੀ ਇੱਕ ਓੰਕਾਰ ਕੀਤਾ। ਓੰਕਾਰ ਕਹਿੰਦੇ ਨੇ ਪਰਮਾਤਮਾ ਨੂੰ। ਓੰਕਾਰ ਨਾਮ ਦੀ ਬਾਣੀ ਵੀ ਮੌਜੂਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਰਾਮਕਲੀ ਰਾਗ ਦੇ ਵਿੱਚ। ਉਹਦੇ ਅੱਗੇ ਇੱਕ ਲਾਇਆ, ਹਿੰਦਸੇ ਵਾਲਾ ਇੱਕ ਲਾਇਆ, ਆਖਰੀ ਇੱਕ ਨਹੀਂ ਲਿਖਿਆ। ਕਹਿੰਦੇ ਰੱਬ ਕੇਵਲ ਤੇ ਕੇਵਲ ਇੱਕ ਹੈ, ਉਸ ਦੇ ਨਾਲ ਜੁੜਨਾ। ਤੇ ਫਿਰ ਅਖੀਰ ਵਿੱਚ ਕਹਿ ਦਿੱਤਾ ਗੁਰ ਪ੍ਰਸਾਦ। ਜਿੰਨੇ ਵੀ ਜੁੜਨਾ ਉਹ ਗੁਰੂ ਦੀ ਕਿਰਪਾ ਨਾਲ ਹੀ ਜੁੜ ਸਕਦਾ ਹੈ, ਉਹਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਹਾਂ, ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੋਵੇਗੀ, ਪਰ ਜੁੜਨਾ ਇੱਕ ਦੇ ਨਾਲ ਹੈ, ਇੱਕ ਨਾਲ। ਅੰਮ੍ਰਿਤ ਵੇਲੇ ਉੱਠ ਕੇ ਗੁਰਮੁਖ ਪਿਆਰੇ ਇਸ਼ਨਾਨ ਕਰਦੇ ਨੇ ਤੇ ਫਿਰ ਉਸ ਇੱਕ ਦੇ ਨਾਲ ਸੁਰਤ ਜੋੜਦੇ ਨੇ, ਗੁਰਬਾਣੀ ਪੜ੍ਹਦੇ, ਨਿਤਨੇਮ ਕਰਦੇ ਨੇ। ਜਦੋਂ ਜਪਜੀ ਸਾਹਿਬ ਦੀ ਬਾਣੀ ਵਿੱਚ ਬਚਨ ਆਇਆ ਨਾ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਤੇ ਫਿਰ ਆਖਿਆ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਰੱਬ ਨੇ ਆਖਿਆ ਜੋ ਮੰਗੇਗਾ ਤੇਰੀ ਝੋਲੀ ਵਿੱਚ ਪਾਵਾਂਗਾ, ਪਰ ਇੱਕ ਚੀਜ਼ ਮੈਂ ਵੀ ਤੇਰੇ ਤੋਂ ਮੰਗਣੀ ਹੈ, ਉਹ ਤੂੰ ਮੇਰੀ ਝੋਲੀ ਵਿੱਚ ਪਾ ਦੇ। ਬੰਦਾ ਕਹਿੰਦਾ ਰੱਬ ਜੀ ਮੇਰੇ ਕੋਲ ਕੀ ਹੈ ਜੋ ਮੈਂ ਆਪ ਜੀ ਨੂੰ ਦੇ ਸਕਦਾ। ਉਹ ਕਹਿਣ ਲੱਗੇ ਕਿ ਅੰਮ੍ਰਿਤ ਵੇਲਾ ਦੇ ਦੇ। ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਿਆ ਕਰ, ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੇ ਗੁਣ ਗਾਇਆ ਕਰ, ਤੇਰਾ ਜੀਵਨ ਸਫਲ ਹੋ ਜਾਏਗਾ। ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਆਏ ਤੇ ਕਿਸੇ ਨੇ ਪੁੱਛਿਆ, ਭਾਈ ਨੰਦ ਲਾਲ ਜੀ ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਆਉਂਦਾ ਤੇ ਆਪਣੇ ਜੀਵਨ ਵਿੱਚੋਂ ਕੁਝ ਨਾ ਕੁਝ ਤਿਆਗਦਾ ਹੈ। ਅੱਜ ਕੁਝ ਔਗਣ ਤਿਆਗਦਾ, ਕੱਲ ਕੁਝ ਤਿਆਗਦਾ, ਤੁਸੀਂ ਸਭ ਤੋਂ ਪਹਿਲਾਂ ਕੀ ਤਿਆਗਿਆ? ਉਹ ਕਹਿਣ ਲੱਗੇ ਕਿ ਮੇਰੇ ਹਿਸਾਬ ਦੇ ਨਾਲ ਅੰਮ੍ਰਿਤ ਵੇਲੇ ਸੁੱਤੇ ਰਹਿਣਾ ਸਭ ਤੋਂ ਵੱਡਾ ਪਾਪ ਹੈ, ਔਗਣ ਹੈ, ਨਰਕਾਂ ਦੇ ਸਮਾਨ ਹੈ।
ਇਸ ਵੇਲੇ ਮੈਂ ਗੁਰੂ ਦੀ ਸ਼ਰਨ ਵਿੱਚ ਆ ਕੇ ਅੰਮ੍ਰਿਤ ਵੇਲੇ ਸੌਣ ਦਾ ਤਿਆਗ ਕਰ ਦਿੱਤਾ ਹੈ। ਤੇ ਜਿਹੜੇ ਗੁਰਮੁਖ ਪਿਆਰੇ ਨੇ ਉਹ ਅੰਮ੍ਰਿਤ ਵੇਲੇ ਜਾਗਦੇ ਨੇ, ਤੇ ਜਿਹੜੇ ਦੁਨਿਆਵੀ ਲੋਕ ਨੇ ਅੰਮ੍ਰਿਤ ਵੇਲੇ ਸੁੱਤੇ ਹੁੰਦੇ ਨੇ। ਪਹਿਲਾ ਸਮਾਂ ਜਦੋਂ ਵਿਚਾਰੀਏ ਤੇ ਹਰ ਇੱਕ ਘਰ ਦੇ ਵਿੱਚ ਅੰਮ੍ਰਿਤ ਵੇਲੇ ਪਿੰਡਾਂ ਦੇ ਵਿੱਚ ਲੋਕ ਜਾਗ ਜਾਂਦੇ ਸਨ, ਪਰ ਸਮਾਂ ਥੋੜਾ ਬਦਲ ਗਿਆ ਹੈ। ਉਹ ਗਿਣਤੀ ਜਿਹੜੀ ਹੈ ਉਹ ਘਟ ਗਈ ਹੈ। ਅੱਜ ਦੇ ਸਮੇਂ ਵਿੱਚ ਪਿੰਡਾਂ ਵਿੱਚ ਵੀ ਲੋਕ ਅੰਮ੍ਰਿਤ ਵੇਲੇ ਕਈ ਸੁੱਤੇ ਰਹਿੰਦੇ ਜੀ। ਤੇ ਮੈਂ ਬੇਨਤੀ ਸਾਰਿਆਂ ਨੂੰ ਕਰਾਂ ਕਿ ਭਾਈ ਅੰਮ੍ਰਿਤ ਵੇਲਾ ਕਦੇ ਵੀ ਨਾ ਖੁਝਾਓ। ਅੰਮ੍ਰਿਤ ਵੇਲੇ ਜ਼ਰੂਰ ਉੱਠ ਕੇ ਪ੍ਰਮਾਤਮਾ ਦੇ ਗੁਣ ਗਾਓ, ਨਿਤਨੇਮ ਦੇ ਨਾਲ ਜੁੜੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਸਾ ਦੀ ਨਦੀ ਦੇ ਕੰਢੇ ਤੇ ਉਪਦੇਸ਼ ਦਿੱਤਾ ਸੀ ਕਿ ਸਿੱਖਾ, ਜੇ ਤੇਰੇ ਕੋਲ ਅੰਮ੍ਰਿਤ ਵੇਲਾ ਹੈ, ਤੇਰੇ ਕੋਲ ਬਾਣੀ ਹੈ, ਤੇਰਾ ਕੋਈ ਕੁਝ ਵਿਗਾੜ ਨਹੀਂ ਸਕੇਗਾ। ਜਿਸ ਦਿਨ ਤੇਰਾ ਅੰਮ੍ਰਿਤ ਵੇਲਾ ਚਲੇ ਗਿਆ, ਬਾਣੀ ਨਾਲੋਂ ਟੁੱਟ ਗਿਆ, ਨਿਤਨੇਮ ਨਾਲ ਟੁੱਟ ਗਿਆ, ਕੋਈ ਵੀ ਆ ਕੇ ਤੇਰਾ ਕੁਝ ਵਿਗਾੜ ਜਾਵੇਗਾ, ਤੈਨੂੰ ਬੰਦੀ ਬਣਾ ਲੇਗਾ। ਇਸ ਵਾਸਤੇ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਨਾਲ ਜੁੜਨਾ ਇਹ ਜੀਵਨ ਦਾ ਬਹੁਤ ਵੱਡਾ ਫਲ ਹੈ। ਇਹੀ ਜੀਵਨ ਮਨੋਰਥ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਸਾਹਿਬ ਜੀ ਕਹਿੰਦੇ ਕਿ ਅੰਮ੍ਰਿਤ ਵੇਲੇ ਉੱਠ ਕੇ ਗੁਰਸਿੱਖ ਇਸ਼ਨਾਨ ਕਰੇ। ਅੰਮ੍ਰਿਤ ਵੇਲੇ ਉੱਠੇ ਉਦਮ ਕਰੇ, ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤਸਰ ਨਹਾਵੇ। ਅੰਮ੍ਰਿਤ ਵੇਲੇ ਉੱਠ ਕੇ ਉਦਮ ਕਰੇ, ਉਦਮ ਕਰਤ ਆਨੰਦ ਭਇਆ, ਸਿਮਰਤ ਸੁਖ ਸਾਰ। ਇਸ ਉਦਮ ਦੇ ਵਿੱਚ ਆਨੰਦ ਹੀ ਆਨੰਦ ਹੈ। ਹੋ ਸਕਦਾ ਦੁਨਿਆਵੀ ਉਦਮ ਕੀਤਾ ਹੋਵੇ, ਕਿਸੇ ਨੂੰ ਵਪਾਰ ਵਿੱਚ ਘਾਟਾ ਪੈ ਜੇ, ਕਿਸਾਨ ਨੇ ਖੇਤੀ ਬੀਜੀ ਆ, ਬਾਰਿਸ਼ ਹੋ ਜਾਵੇ, ਖੇਤੀ ਖਰਾਬ ਹੋ ਜਾਵੇ, ਪਰ ਜਿਹੜਾ ਤੂੰ ਅੰਮ੍ਰਿਤ ਵੇਲੇ ਉੱਠ ਕੇ ਉਦਮ ਕਰੇਗਾ, ਬਾਣੀ ਪੜ੍ਹੇਗਾ, ਨਿਤਨੇਮ ਕਰੇਗਾ, ਇਹਦੇ ਵਿੱਚ ਕਦੇ ਘਾਟਾ ਨਹੀਂ ਪੈਣਾ, ਇਹਦੇ ਵਿੱਚ ਲਾਹਾ ਹੀ ਮਿਲਣਾ ਹੈ। ਇਸ ਵਾਸਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਨੀ ਹੈ। ਤੇ ਰਹਿਤ ਮਰਿਆਦਾ ਵਿੱਚ ਲਿਖਿਆ, ਸਿੱਖ ਨੇ ਰੋਜ਼ ਸੰਗਤ ਵਿੱਚ ਜਾਣਾ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨੇ ਨੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਜਦੋਂ ਸਤ ਸੰਗਤ ਵਿੱਚ ਬਹਿ ਕੇ ਜਪੇਗਾ ਨਾ, ਗੁਰੂ ਦੇ ਉਪਦੇਸ਼ਾਂ ਦੀ ਕਮਾਈ ਕਰੇਗਾ ਤੇ ਸਾਰੇ ਪਾਪਾਂ ਦੀ ਮੈਲ ਲੈ ਜਾਏਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਪਾਪਾਂ ਦੀ ਮੈਲ ਦੂਰ ਹੋ ਜਾਵੇਗੀ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਫਿਰ ਇਹ ਨਹੀਂ ਵੀ ਸਵੇਰੇ ਨਿਤਨੇਮ ਕਰ ਲਿਆ ਤੇ ਸ਼ਾਮ ਨੂੰ ਸੋਦਰ ਰਹਿਰਾਸ ਸਾਹਿਬ ਤੇ ਸੌਣ ਲੱਗਿਆਂ ਸੋਹਿਲਾ ਸਾਹਿਬ। ਦਿਨ ਦੇ ਵਿੱਚ ਵੀ ਬਹਿੰਦਿਆਂ ਉੱਠਦਿਆਂ ਵੀ ਨਾਮ ਜਪਣ ਵਾਸਤੇ ਕਿਹਾ ਹੈ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਇੱਕ ਦਿਨ ਦੱਸ ਰਹੇ ਸਨ ਸੰਗਤਾਂ ਨੂੰ ਵੀ ਤੁਸੀਂ ਕਹਿੰਦੇ ਵੀ ਨਾਮ ਕਿਸ ਤਰ੍ਹਾਂ ਜਪੀਏ, ਕਦੋਂ ਜਪੀਏ। ਤੇ ਇਹਨਾਂ ਨੇ ਗੁਰਬਾਣੀ ਦੀ ਪੰਕਤੀ ਸੁਣਾਈ ਸੀ, ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਰਸਤੇ ਵਿੱਚ ਜਾਂਦਿਆਂ ਕੰਮ ਕਾਰ ਕਰਦਿਆਂ ਹਰ ਸਮੇਂ ਅਸੀਂ ਰੱਬ ਨੂੰ ਯਾਦ ਰੱਖਣਾ ਹੈ, ਕਿਉਂਕਿ ਸਾਡਾ ਉਹ ਮੂਲ ਹੈ। ਤੇ ਜਦੋਂ ਚੱਕੀ ਵਿੱਚ ਪਾ ਕੇ ਦਾਣੇ ਪੀਸੇ ਜਾਂਦੇ ਨਾ, ਜਿਹੜੇ ਧੁਰੇ ਨਾਲ ਮੂਲ ਨਾਲ ਲੱਗੇ ਰਹਿੰਦੇ ਨੇ ਉਹ ਪੀਸੇ ਨਹੀਂ ਜਾਂਦੇ, ਬਚ ਜਾਂਦੇ ਨੇ। ਜੇ ਤੂੰ ਆਪਣੇ ਮੂਲ ਨਾਲ ਜੁੜਿਆ ਰਹੇਗਾ, ਫਿਰ 84 ਦੀ ਚੱਕੀ ਵਿੱਚ ਪੀਸਿਆ ਨਹੀਂ ਜਾਏਗਾ, ਫਿਰ ਬਚ ਜਾਏਗਾ। ਫਿਰ ਵਿਕਾਰਾਂ ਦੀ ਪੁੜਾਂ ਦੇ ਵਿੱਚ ਪੀਸਿਆ ਨਹੀਂ ਜਾਏਗਾ। ਇਸ ਵਾਸਤੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ।
ਇਸ ਤਰ੍ਹਾਂ ਗੁਰੂ ਦੇ ਸਿੱਖ ਨੇ ਆਪਣਾ ਜੀਵਨ ਗੁਜ਼ਾਰਨਾ ਹੈ। ਕੰਮਕਾਰ ਵੀ ਕਰਨਾ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕੇਵਲ ਕੱਲਾ ਨਾਮ ਹੀ ਨਹੀਂ ਜਪਣਾ, ਵੀ ਪਰਿਵਾਰ ਦੀ ਵੀ ਪਾਲਣਾ ਕਰਨੀ ਹੈ। ਐਸਾ ਨਾ ਹੋਵੇ ਵੀ ਆਸ ਰੱਖੇ ਵੀ ਮੈਨੂੰ ਰੋਟੀ ਕੋਈ ਹੋਰ ਦੇਵੇਗਾ ਕਮਾ ਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਸਿੱਖ ਨੂੰ ਕਿਰਤੀ ਵੀ ਬਣਾਇਆ ਤੇ ਨਾਮ ਜਪਾ ਕੇ ਉਹਨੂੰ ਭਗਤ ਵੀ ਬਣਾਇਆ ਤੇ ਨਾਲ ਆਖਿਆ ਇਹਦੇ ਵਿੱਚੋਂ ਫਿਰ ਅੱਗੇ ਵੰਡੀ ਜਾ। ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ। ਗੁਰੂ ਨੂੰ ਚੰਗਾ ਹੀ ਉਹ ਲੱਗਦਾ ਹੈ ਜਿਹੜਾ ਸਾਸ ਗਰਾਸ ਧਿਆਉਂਦਾ ਹੈ, ਉਸ ਹਰੀ ਦੇ ਨਾਲ ਜੁੜਦਾ ਹੈ। ਤੇ ਜਿਹੜਾ ਹਰੀ ਦੇ ਨਾਲ ਜੁੜਦਾ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਜਿਹੜਾ ਆਪ ਜਪਦਾ ਹੈ, ਹੋਰਨਾਂ ਨੂੰ ਪ੍ਰੇਰਦਾ ਹੈ ਕਿ ਚਲੋ ਭਾਈ ਨਾਮ ਜਪੀਏ। ਦੇਖੋ ਸ਼ਰਾਬੀ ਦਾ ਕੰਮ ਹੁੰਦਾ ਹੈ, ਉਹ ਆਪ ਦਾਰੂ ਪੀ ਰਿਹਾ, ਦੂਜੇ ਨੂੰ ਕਹਿੰਦਾ ਹੈ। ਜੂਏ ਵਾਲਾ ਜਿਹੜਾ ਹੈ, ਉਹਦੇ ਲਾਗੇ ਕੋਈ ਜਾ ਕੇ ਖੜਾ ਹੋ ਜਾਵੇ, ਉਹ ਕਹਿੰਦਾ ਵੀ ਚੱਲ ਆ ਜਾ ਤੂੰ ਵੀ ਬੈਠ ਜਾ। ਆ ਮਾੜੇ ਕਰਮ ਕਰਨ ਵਾਲੇ ਜਿਹੜੇ ਨੇ, ਇਹ ਇੱਕ ਦੂਜੇ ਨੂੰ ਕਹਿ ਸਕਦੇ ਨੇ, ਤੇ ਚੰਗੇ ਕਰਮ ਕਰਨ ਵਾਲੇ ਨੂੰ ਤੇ 100 ਗੁਣਾ ਵੱਧ ਕਹਿਣਾ ਚਾਹੀਦਾ ਕਿ ਆ ਭਾਈ ਨਾਮ ਜਪੀਏ। ਚਲੋ ਗੁਰੂ ਦੇ ਦਰ ਤੇ ਜਾ ਕੇ ਆਪਾਂ ਸੇਵਾ ਕਰੀਏ। ਇਹਦੇ ਨਾਲ ਸਿਮਰਨ ਵਿੱਚ ਵਾਧਾ ਹੁੰਦਾ ਹੈ, ਘਾਟਾ ਨਹੀਂ ਹੁੰਦਾ। ਦੁਨਿਆਵੀ ਧਨ ਖਰਚਿਆਂ ਘਟਦਾ ਹੈ, ਪਰ ਜਿਹੜਾ ਨਾਮ ਧਨ ਹੈ ਉਹ ਖਰਚਿਆਂ ਵੱਧਦਾ ਹੈ। ਇਸ ਵਾਸਤੇ ਪਰਮਾਤਮਾ ਦਾ ਨਾਮ ਆਪ ਜਪਣਾ ਤੇ ਦੂਸਰਿਆਂ ਨੂੰ ਵੀ ਪ੍ਰੇਰਨਾ ਦੇਣੀ ਹੈ। ਪ੍ਰੇਰਨਾ ਤਾਂ ਦਿਓਗੇ ਜੇ ਆਪ ਜਪੋਗੇ। ਗੁਰੂ ਰਾਮਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਭਾਈ ਮਈਆ ਨਈਆ ਜਾਪਾ ਤੁਲਸਾ ਆਏ, ਕਹਿੰਦੇ ਅਸੀਂ ਕਾਰੋਬਾਰੀ ਬੰਦੇ ਹਾਂ, ਘਰ ਗ੍ਰਸਤੀ ਵਾਲੇ, ਅਸੀਂ ਕਿੱਦਾਂ ਜੁੜ ਸਕਦੇ ਹਾਂ, ਗੁਰਬਾਣੀ ਦੇ ਨਾਲ ਕਿੱਦਾਂ ਜੁੜੀਏ, ਉਪਦੇਸ਼ ਦਿਓ। ਤੇ ਗੁਰੂ ਸਾਹਿਬ ਜੀ ਨੇ ਆਖਿਆ ਸੀ, ਜਿਮ ਨਿਸ ਦਿਨ ਘਰ ਕਾਜ ਸੁਧਾਰੇ, ਤਿਆਗੇ ਕਬਹੂ ਨਾ ਲੱਗੇ ਪਿਆਰੇ। ਜਿੱਦਾਂ ਆਪਾਂ ਕੰਮ ਕਾਰ ਕਰਦੇ ਹਾਂ ਤੇ ਸਾਡੇ ਕੰਮ ਸਾਨੂੰ ਪਿਆਰੇ ਲੱਗਦੇ ਨੇ, ਅਸੀਂ ਉਹਨਾਂ ਨੂੰ ਕਦੇ ਤਿਆਗਦੇ ਨਹੀਂ। ਦੁਕਾਨਦਾਰ ਜੇ ਦੁਕਾਨਦਾਰੀ ਕਰਦਾ ਤੇ ਰੋਜ਼ ਦੁਕਾਨ ਖੋਲ੍ਹਦਾ, ਜਾ ਕੇ ਸਮੇਂ ਨਾਲ ਖੋਲ੍ਹਦਾ। ਕਿਸਾਨ ਖੇਤੀ ਵਿੱਚ ਰੋਜ਼ ਜਾਂਦਾ, ਕਿਸੇ ਦਿਨ ਹਲ ਚਲਾਉਣਾ ਹੁੰਦਾ, ਕਿਸੇ ਦਿਨ ਖੇਤੀ ਨੂੰ ਪਾਣੀ ਦੇਣਾ ਹੁੰਦਾ, ਕਿਸੇ ਦਿਨ ਖਾਦ ਆਦਿ ਦਾ ਧਿਆਨ ਰੱਖਣਾ ਹੁੰਦਾ, ਉਹ ਰੋਜ਼ ਜਾਂਦਾ ਹੈ। ਇਸ ਤਰ੍ਹਾਂ ਜਿੱਦਾਂ ਕੰਮਾਂ ਦੇ ਨਾਲ ਸਾਨੂੰ ਪਿਆਰ ਹੈ, ਤਥਾ ਪਿਆਰ ਧਰੋ ਗੁਰਬਾਣੀ, ਇਸ ਤਰ੍ਹਾਂ ਗੁਰਬਾਣੀ ਦੇ ਨਾਲ ਪਿਆਰ ਕਰੋ। ਪੜਨ ਸੁਣਨ ਕੀਜੈ ਰੁਚ ਠਾਨੀ। ਫਿਰ ਕਹਿਣ ਲੱਗੇ ਕਿ ਧਰਿਓ ਅਰਥ ਜੋ ਸ਼ਬਦ ਮਝਾਰਾ, ਸਨੇ ਸਨੇ ਤਿਸ ਕਰੋ ਵਿਚਾਰਾ। ਗੁਰਬਾਣੀ ਦੇ ਵਿੱਚ ਜਿਹੜਾ ਅਰਥ ਹੈ ਉਹਦੀ ਵਿਚਾਰ ਕਰੋ। ਕਿਆ ਗੁਰ ਕਹੇ ਕਰੇ ਹਮ ਕਹਾਂ। ਗੁਰਬਾਣੀ ਕੀ ਉਪਦੇਸ਼ ਦੇ ਰਹੀ ਹੈ, ਅਸੀਂ ਕੀ ਕਰ ਰਹੇ ਜੀਵਨ ਵਿੱਚ, ਇਹਦੇ ਨਾਲ ਤੋਲੋ, ਤੁਲਨਾ ਕਰੋ। ਜਦੋਂ ਪਤਾ ਲੱਗੇ ਵੀ ਅਸੀਂ ਤਾਂ ਗੁਰਬਾਣੀ ਅਨੁਸਾਰ ਚੱਲ ਹੀ ਨਹੀਂ ਰਹੇ, ਫਿਰ ਸਨੇ ਸਨੇ ਮੋੜੇ ਮਨ ਮਾਹ। ਫਿਰ ਆਪਣੇ ਮਨ ਨੂੰ ਆਵਾਜ਼ ਮਾਰੋ, ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਫਿਰ ਗੁਰਬਾਣੀ ਦੇ ਉਪਦੇਸ਼ਾਂ ਅਨੁਸਾਰ ਇਸ ਮਨ ਨੂੰ ਮੋੜ ਲਓ, ਹੋੜ ਲਓ। ਇਹ ਮਨ ਜਿਹੜਾ ਹੈ ਭਟਕਦਾ ਰਹਿੰਦਾ ਹੈ। ਪ੍ਰਭਾਤ ਅੰਮ੍ਰਿਤ ਵੇਲਾ, ਜਦੋਂ ਕਰਤਾਰਪੁਰ ਦੀ ਗੱਲ ਕੀਤੀ ਤੇ ਉੱਥੇ ਵੀ ਭਾਈ ਗੁਰਦਾਸ ਜੀ ਕਹਿੰਦੇ, ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲਾ ਸ਼ੁਰੂ ਤੋਂ ਗੁਰੂ ਨੇ ਆਪ ਸੰਭਾਲਿਆ ਤੇ ਸਾਨੂੰ ਸੰਭਾਲਣ ਦੀ ਤਕੀਦ ਕੀਤੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਜਸ ਹਰ ਹਿਰਦੇ ਵਿੱਚ ਫੈਲ ਰਿਹਾ ਹੈ। ਇੱਕ ਸਿੱਖ ਚੱਲ ਕੇ ਆ ਗਿਆ, ਕਹਿੰਦਾ ਮੈਂ ਗੁਰਮੁਖ ਸਿੱਖ ਦੇ ਦਰਸ਼ਨ ਕਰਨੇ, ਪੂਰਨ ਤੌਰ ਤੇ ਗੁਰਮੁਖ ਹੋਵੇ। ਕਿ ਗੁਰੂ ਰਾਮਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਗੁਰਮੁਖਾਂ ਦਾ ਕੋਈ ਘਾਟਾ ਨਹੀਂ ਸੀ,
ਪਰ ਅੰਤਰਜਾਮੀ ਪਾਤਸ਼ਾਹ ਜਾਣਦੇ ਸਨ ਕਿ ਭਾਈ ਭਿਖਾਰੀ ਦੇ ਘਰ ਇੱਕ ਘਟਨਾ ਘਟਣ ਵਾਲੀ ਹੈ। ਉੱਥੇ ਪ੍ਰੈਕਟੀਕਲ ਇਹ ਜਾ ਕੇ ਦੇਖੇਗਾ ਤੇ ਇਹਨੂੰ ਜ਼ਿਆਦਾ ਗਿਆਨ ਮਿਲੇਗਾ। ਜਦੋਂ ਉਹ ਗਿਆ ਤੇ ਉੱਥੇ ਜਾ ਕੇ ਜਦੋਂ ਮਿਲਿਆ, ਭਾਈ ਭਿਖਾਰੀ ਦੇ ਬੱਚੇ ਦਾ ਵਿਆਹ ਹੋਇਆ। ਅਗਲੇ ਦਿਨ ਉਹਦੀ ਮੌਤ ਹੋ ਗਈ। ਹੁਣ ਇੱਕ ਦਿਨ ਪਹਿਲਾਂ ਜਿਹੜਾ ਟੱਪੜ ਗੰਢ ਰਿਹਾ ਸੀ ਭਾਈ ਭਿਖਾਰੀ, ਉਹਦੇ ਉੱਤੇ ਪਰਚਾਉਣੀ ਵਾਲੇ ਆ ਕੇ ਲੋਕ ਬੈਠੇ। ਜਿਹੜੀਆਂ ਲੱਕੜਾਂ ਕੱਟ ਰਿਹਾ ਸੀ ਉਹਦੇ ਨਾਲ ਅੰਗੀਠਾ ਤਿਆਰ ਕੀਤਾ ਗਿਆ। ਇਹ ਸਾਰਾ ਕੁਝ ਦੇਖ ਕੇ ਕਹਿੰਦਾ ਤੁਹਾਨੂੰ ਪਤਾ ਸੀ ਪਹਿਲਾਂ ਹੀ, ਤੇ ਫਿਰ ਗੁਰੂ ਦੇ ਅੱਗੇ ਅਰਦਾਸ ਕਰਕੇ ਪੁੱਤਰ ਦੀ ਜਾਨ ਬਚਾ ਲੈਂਦੇ। ਉਹ ਕਹਿਣ ਲੱਗਾ ਇਹ ਸਾਰਾ ਕੁਝ ਝੂਠਾ ਹੈ। ਗੁਰੂ ਦੀ ਰਜ਼ਾ ਵਿੱਚ ਰਹਿਣ ਦਾ ਜਿਹੜਾ ਆਨੰਦ ਹੈ ਉਹ ਕੁਝ ਵੱਖਰਾ ਹੀ ਹੈ। ਐਸੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਿਦਕ ਵਾਲੇ ਸਿੱਖ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਬਚਨ ਸਾਡੀ ਝੋਲੀ ਵਿੱਚ ਪਾਏ, ਜਿਹੜੇ ਸਵੇਰੇ ਸ਼ਾਮ ਅਸੀਂ ਸੁਣਦੇ ਗੁਰੂ ਘਰਾਂ ਵਿੱਚੋਂ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਤੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਉਹਨੂੰ ਸਿਮਰ ਕੇ ਤੇ ਵੇਖੋ ਪਰਮਾਤਮਾ ਨੂੰ, ਉਹ ਅੰਤ ਤੁਹਾਡੀ ਰੱਖਿਆ ਕਰੇਗਾ। ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਦੀ ਹਜ਼ੂਰੀ ਵਿੱਚ ਮੁਲਤਾਨ ਦਾ ਰਾਜਾ ਆਇਆ, ਇਹ ਸੁਣ ਕੇ ਕਿ ਗੁਰੂ ਨੇ ਅੰਮ੍ਰਿਤਸਰ ਦੀ ਨਗਰੀ ਵਸਾਈ ਹੈ, ਸਰੋਵਰ ਦੀ ਖੁਦਵਾਈ ਕਰਾਈ ਹੈ, ਉੱਥੇ ਜੋ ਵੀ ਆਉਂਦਾ ਹੈ ਉਹਦਾ ਰੋਗ ਦੂਰ ਹੁੰਦਾ ਹੈ। ਆ ਕੇ ਉਹਨੇ ਦਰਸ਼ਨ ਕਰਕੇ ਆਪਣਾ ਰੋਗ ਦੂਰ ਕੀਤਾ। ਲਾਲ ਚੰਦ ਨਾਂ ਦਾ ਸੁਦਾਗਰ ਆਇਆ, ਉਹਨੇ ਸੁੱਚੇ ਮੋਤੀਆਂ ਦਾ ਕੈਂਠਾ ਭੇਟ ਕੀਤਾ। ਗੁਰੂ ਨੇ ਇੱਕ ਫਕੀਰ ਨੂੰ ਦੇ ਦਿੱਤਾ, ਕਿਉਂਕਿ ਨਿਰਲੇਪ ਨੇ ਨਾ। ਉਹ ਮਨ ਦੇ ਵਿੱਚ ਸੋਚਣ ਲੱਗਾ, ਗੁਰੂ ਨੇ ਆਖਿਆ ਤੇਰੀ ਘਾਲ ਥਾਂ ਪੈ ਗਈ। ਫਕੀਰ ਗੁਰੂ ਦੀ ਸਿਫਤ ਕਰਨ ਲੱਗਾ, ਕਹਿਣ ਲੱਗੇ ਨਾ, ਉਸ ਪਰਮਾਤਮਾ ਦੀ ਸਿਫਤ ਕਰੋ ਜਿਹਦੀ ਕਿਰਪਾ ਦੇ ਨਾਲ ਤੁਹਾਨੂੰ ਦਾਤ ਮਿਲੀ ਹੈ। ਇੱਕ ਅਕਾਲ ਪੁਰਖ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਨੇ ਜੋੜਨਾ ਕੀਤਾ ਤੇ ਕਹਿਣ ਲੱਗੇ, ਭੱਟ ਗਿਆੰਦ ਜੀ ਇਸ਼ਨਾਨ ਕਰੇ ਪ੍ਰਭਾਤ, ਸੁਧ ਮਨ ਗੁਰ ਪੂਜਾ ਬਿਦ ਸਹਿਤ ਕਰੰ। ਕਹਿੰਦੇ ਅੰਮ੍ਰਿਤ ਵੇਲੇ ਗੁਰੂ ਦੇ ਜਸ ਰੂਪੀ ਜਲ ਦੇ ਨਾਲ ਇਸ਼ਨਾਨ ਕਰਦੇ ਹਨ, ਸ਼ੁੱਧ ਹਿਰਦੇ ਨਾਲ ਮਰਿਆਦਾ ਨਾਲ ਗੁਰੂ ਦੀ ਪੂਜਾ ਕਰਦੇ ਹਨ। ਗੁਰੂ ਦੇ ਉਪਦੇਸ਼ ਨੂੰ ਮੰਨਣਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅਨੁਸਾਰ ਜੀਵਨ ਜਿਉਣਾ ਗੁਰੂ ਦੀ ਪੂਜਾ ਹੈ। ਜੇ ਉਪਦੇਸ਼ ਹੀ ਨਾ ਮੰਨੀਏ, ਹੋਰ ਸਾਰਾ ਕੁਝ ਕਰੀ ਜਾਈਏ, ਰਮਾਲੇ ਪਛਾਕੇ ਵੀ ਚੜਾ ਦਈਏ ਤੇ ਹੋਰ ਵੀ ਕੀਮਤੀ ਵਸਤੂਆਂ ਗੁਰੂ ਦੇ ਦਰ ਤੇ ਭੇਟਾ ਕਰੀਏ ਤੇ ਗੁਰੂ ਦੀ ਗੱਲ ਨਾ ਮੰਨੀਏ ਤੇ ਗੁਰੂ ਖੁਸ਼ ਨਹੀਂ ਹੋਏਗਾ। ਇਹ ਭੇਟਾਵਾਂ ਚੜਾਉਣ ਦੇ ਨਾਲ ਨਾਲ ਗੁਰੂ ਦੀ ਗੱਲ ਵੀ ਮੰਨਣੀ ਆਪਾਂ। ਜਿੱਦਾਂ ਕੋਈ ਆਪਣੇ ਮਾਂ ਪਿਓ ਨੂੰ ਵਸਤੂਆਂ ਜਿੰਨੀਆਂ ਮਰਜ਼ੀ ਦੇ ਦੇ, ਉਹ ਕਹੇ ਵੀ ਮੇਰੇ ਕੋਲ ਬੈਠ, ਮੈਂ ਤੇਰੇ ਨਾਲ ਦੋ ਗੱਲਾਂ ਕਰਨੀਆਂ, ਤੇ ਪੁੱਤਰ ਕਹੇ ਮੇਰੇ ਕੋਲ ਟਾਈਮ ਨਹੀਂ ਹੈਗਾ, ਤੇ ਫਿਰ ਕਈ ਵਾਰੀ ਉਹ ਕਹਿ ਦਿੰਦੇ ਵੀ ਆਹ ਸਮਾਨ ਵੀ ਚੁੱਕ ਕੇ ਲੈ ਜਾ, ਸਾਨੂੰ ਨਹੀਂ ਚਾਹੀਦਾ, ਅਸੀਂ ਤਾਂ ਤੇਰੇ ਨਾਲ ਦੋ ਗੱਲਾਂ ਕਰਨੀਆਂ। ਸਾਡੇ ਮਨ ਨੂੰ ਠੰਡ ਪਏਗੀ। ਗੁਰੂ ਦੇ ਨਾਲ ਗੱਲਾਂ ਕਰਨੀਆਂ ਨੇ, ਗੁਰਬਾਣੀ ਨੂੰ ਪੜ੍ਹਨਾ ਤੇ ਵਿਚਾਰਨਾ ਹੈ। ਇਸ ਤਰ੍ਹਾਂ ਗੁਰੂ ਦੇ ਸਿੱਖ ਅੰਮ੍ਰਿਤ ਵੇਲੇ ਗੁਰੂ ਦੀ ਸਿਫਤ ਕਰਦੇ, ਗੁਰੂ ਦਾ ਜਸ ਉਚਾਰਦੇ ਨੇ, ਇਹ ਇਸ਼ਨਾਨ ਕਰਦੇ ਨੇ। ਸਰੀਰ ਦਾ ਇਸ਼ਨਾਨ ਤੇ ਕਰਨਾ ਹੀ ਹੈ, ਤੇ ਮਨ ਦਾ ਇਸ਼ਨਾਨ ਵੀ ਤੇ ਹੋਣਾ ਚਾਹੀਦਾ, ਆਤਮਾ ਦਾ ਇਸ਼ਨਾਨ ਵੀ ਹੋਣਾ ਚਾਹੀਦਾ। ਉਹ ਗੁਰੂ ਦੀ ਸਿਫਤ ਨਾਲ, ਬਾਣੀ ਨਾਲ, ਗੁਰੂ ਦਾ ਜਸ ਕਰਨ ਦੇ ਨਾਲ ਹੋਣਾ ਹੈ। ਫਿਰ ਮਰਿਆਦਾ ਅਨੁਸਾਰ ਸੁੱਧ ਮਨ ਨਾਲ ਗੁਰੂ ਦੀ ਪੂਜਾ ਕਰਦੇ ਨੇ। ਕੰਚਨ ਤਨ ਹੋਏ ਪਰਸ ਪਾਰਸ ਕਉ,
ਜੋਤ ਸਰੂਪੀ ਧਿਆਨ ਧਰੰ। ਜੋਤ ਰੂਪ ਗੁਰੂ ਦਾ ਧਿਆਨ ਧਰਦੇ ਹਨ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਸਾਹਿਬ ਜੀ ਦਾ ਧਿਆਨ ਧਰਦੇ ਨੇ ਤੇ ਨਾਲ ਕਹਿੰਦੇ ਨੇ ਗੁਰੂ ਪਾਰਸ ਨੂੰ ਪਰਸ ਕੇ ਉਹਨਾਂ ਦੇ ਸਰੀਰ ਜਿਹੜੇ ਨੇ ਕੰਚਨਵਤ ਸੁੱਧ ਹੋ ਜਾਂਦੇ ਨੇ। ਭਾਵ ਗੁਰੂ ਨੂੰ ਪਰਸ ਕੇ ਅੰਦਰੋਂ ਮੈਲ ਦੂਰ ਹੋ ਜਾਂਦੀ ਹੈ। ਕਹਿਣ ਤੋਂ ਭਾਵ ਇਹ ਹੈ, ਜਿਹੜਾ ਗੁਰੂ ਦੇ ਦਰ ਤੇ ਆਏਗਾ, ਗੁਰੂ ਦੇ ਨਾਲ ਜੁੜੇਗਾ, ਗੁਰੂ ਦੇ ਉਪਦੇਸ਼ਾਂ ਨੂੰ ਸੁਣੇਗਾ, ਕਮਾਏਗਾ, ਉਹਦੇ ਜੀਵਨ ਵਿੱਚੋਂ ਸਾਰੀ ਮੈਲ ਦੂਰ ਹੋ ਜਾਏਗੀ ਤੇ ਉਹ ਸੋਨੇ ਵਾਂਗੂ ਸੁੱਧ ਹੋ ਜਾਏਗਾ। ਗੁਰੂ ਪਾਰਸ ਨੂੰ ਪਰਸ ਕੇ, ਜਿੱਦਾਂ ਕਬੀਰ ਸਾਹਿਬ ਜੀ ਕਹਿੰਦੇ, ਗੰਗਾ ਕੇ ਸੰਗ ਸਰਤਾ ਬਿਗਰੀ, ਸੋ ਸਰਤਾ ਗੰਗਾ ਹੋਏ ਨਿਬਰੀ। ਚੰਦਨ ਕੈ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਪਾਰਸ ਕੈ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੇ ਹੋਏ ਨਿਬਰਿਓ। ਕਹਿੰਦੇ ਕਬੀਰ ਨੇ ਨਾਮ ਜਪਣ ਵਾਲਿਆਂ ਦੀ ਸੰਗਤ ਕੀਤੀ ਤੇ ਕਬੀਰ ਰਾਮ ਦਾ ਰੂਪ ਹੋ ਗਿਆ। ਅਬ ਤੋ ਜਾਏ ਚੜ੍ਹੈ ਸਿੰਘਾਸਨ ਮਿਲਹਿ ਸਾਰੰਗ ਪਾਨੀ, ਰਾਮ ਕਬੀਰਾ ਏਕ ਭੈ ਹੈ ਕੋਏ ਨਾ ਸਕੇ ਪਛਾਨੀ। ਭਾਵ ਰੱਬੀ ਗੁਣ ਕਬੀਰ ਸਾਹਿਬ ਜੀ ਦੇ ਜੀਵਨ ਵਿੱਚ ਆ ਗਏ। ਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਰਸਦੇ ਹਨ। ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਗੁਰੂ ਪਾਰਸ ਹੈ, ਅਸੀਂ ਲੋਹਾ, ਤੇ ਜਿਹੜਾ ਜਿਹੜਾ ਗੁਰੂ ਪਾਰਸ ਦੇ ਨਾਲ ਜੁੜ ਜਾਂਦਾ ਹੈ ਉਹ ਸੋਨਾ ਬਣ ਜਾਂਦਾ ਹੈ, ਉਹ ਸ਼ੁੱਧ ਹੋ ਜਾਂਦਾ ਹੈ। ਉਹਦੇ ਵਿੱਚ ਕੋਈ ਐਬ ਨਹੀਂ ਰਹਿੰਦਾ, ਔਗਣ ਨਹੀਂ ਰਹਿੰਦਾ, ਕਿਉਂਕਿ ਗੁਰੂ ਪਾਰਸ ਨਾਲ ਮਿਲ ਗਿਆ ਹੈ। ਹਾਂ, ਪਾਰਸ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ। ਪਾਰਸ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ, ਪਰ ਜਿਹੜਾ ਮਨੂਰ ਹੋ ਚੁੱਕਾ ਲੋਹਾ ਹੈ, ਜਿਹੜਾ ਭਸਮ ਬਣ ਚੁੱਕਾ ਹੈ, ਉਹਨੂੰ ਸੋਨਾ ਨਹੀਂ ਬਣਾਉਂਦਾ। ਗੁਰੂ ਪਾਰਸ ਐਸਾ ਹੈ, ਇਹ ਵਿਕਾਰਾਂ ਵਿੱਚ ਗਲ ਸੜ ਚੁੱਕਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਗੁਰੂ ਦੇ ਚਰਨਾਂ ਨਾਲ ਜੁੜ ਜਾਵੇ, ਆਖੇ ਤੇਰੇ ਤੋਂ ਬਿਨਾ ਮੈਂ ਹੋਰ ਕਿਸੇ ਥਾਂ ਤੇ ਨਹੀਂ ਜਾਣਾ, ਮੇਰੀ ਬਾਂਹ ਪਕੜ, ਮੇਰੀ ਰੱਖਿਆ ਕਰ। ਉਸ ਵਿਕਾਰਾਂ ਵਿੱਚ ਗਲੇ ਸੜੇ ਹੋਏ ਨੂੰ ਵੀ ਗੁਰੂ ਪਾਰਸ ਜਿਹੜਾ ਉਹ ਸੋਨਾ ਬਣਾ ਦਿੰਦਾ ਹੈ। ਇੱਥੋਂ ਤੱਕ ਕਿ ਆਪਣੇ ਵਰਗਾ ਪਾਰਸ ਵੀ ਬਣਾ ਦਿੰਦਾ ਹੈ। ਗੁਰੂ ਵਿੱਚ ਐਸੀ ਤਾਕਤ ਹੈ। ਜਗ ਜੀਵਨ ਜਗਨਨਾਥ ਜਲ ਥਲ ਮੈਂ, ਰਹਿਆ ਪੂਰ ਬਹੁ ਬਿਦ ਵਰਨੰ। ਗੁਰੂ ਉਸ ਜਗਤ ਦੇ ਜੀਵਨ, ਜਗਤ ਦੇ ਨਾਥ ਪਰਮਾਤਮਾ ਦਾ ਰੂਪ ਹੈ, ਜੋ ਜਲ ਵਿੱਚ, ਥਲ ਵਿੱਚ, ਹਰ ਥਾਂ ਬਹੁ ਰੰਗਾਂ ਵਿੱਚ, ਬਹੁਤ ਤਰੀਕਿਆਂ ਦੇ ਨਾਲ ਵਿਆਪਕ ਹੈ। ਤੇ ਅਖੀਰਲੀ ਪੰਕਤੀ ਵਿੱਚ ਕਹਿੰਦੇ, ਸਤਿਗੁਰ ਗੁਰ ਸੇਵ ਅਲਖ ਗਤ ਜਾਕੀ, ਸ਼੍ਰੀ ਰਾਮਦਾਸ ਤਾਰਨ ਤਰਨੰ। ਗੁਰੂ ਰਾਮਦਾਸ ਮਹਾਰਾਜ ਜੀ ਦੀ ਸੇਵਾ ਕਰੋ, ਗੁਰੂ ਦੀ ਸ਼ਰਨ ਵਿੱਚ ਆ ਜਾਓ, ਜਿਨ੍ਹਾਂ ਦੀ ਆਤਮਿਕ ਅਵਸਥਾ ਬਿਆਨ ਕਰਨ ਤੋਂ ਬਾਹਰ ਹੈ, ਜੋ ਸੰਸਾਰ ਨੂੰ ਤਾਰਨ ਵਾਸਤੇ ਇੱਕ ਜਹਾਜ਼ ਹਨ। ਗੁਰੂ ਰਾਮਦਾਸ ਮਹਾਰਾਜ ਜੀ ਦੀ ਸਿਫਤ ਵਿੱਚ ਇਹ ਪਾਵਨ ਬਾਣੀ ਪਾਠ ਗਿਆਨਤ ਜੀ ਦੀ ਉਚਾਰੀ ਹੋਈ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬਹੁਤ ਧੰਨਵਾਦ ਪ੍ਰਬੰਧਕਾਂ ਦਾ, ਸੰਗਤਾਂ ਦਾ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ। ਆਓ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ